फिर भी हमने 2-4-5 मिनट उसके हार्ट की पंपिंग की, एक इंजेक्शन लगाया कि उसका हार्ट रिकवर हो जाए, पर विद इन 5-7 मिनट्स पे बच्चा एक्सपायर्ड ही था ऑलमोस्ट, और हम रिकवर भी नहीं कर पाए। तो हमने CPR छोड़ दिया और रिलेटिव्स को इन्फॉर्म कर दिया। ਅੰਬਰ ਚਲਾਉਣਾ ਐਂਬੂਲੈਂਸ ਫਰੀਦਕੋਟ ਵੀ ਇਹ ਜਾਵੜੇ ਸੀ ਇੱਥੇ ਇੱਥੇ ਤੇ ਬੱਚਾ ਬੱਚੇ ਸਿਰ ਬੱਚਾ ਹੋ ਗਿਆ ਬੱਚਾ ਸਿਰ ਵਾਲਾ ਹੋ ਗਿਆ ਬੱਚਾ ਫਿਰ ਇੱਧਰ ਮੁੱਕ ਲਿਆ ਸੀ ਇੱਥੇ ਨਹੀਂ ਜਮਾ ਠੀਕ ਸੀ तो हाँ ਗੱਲਬਾਤ ਕਰ ਰਹੇ ਸੀ हाँ बोलता ਸੀ बड़ी साल लेंदा ਸੀ ठीक है बच्चा ये हम किसी के अंदर जान और किसी के सारे ऑर्गन्स में को नॉर्मल तो नहीं कर सकते ना। रोड से कार भी होनी चाहिए है। ओए आ जाओ साडा बच्चा मारता बच्चा लाज नहीं किया इन्होंने मारता बहुत ही मासूम की कापड़ ने बच्चा मारता साडा बच्चा अरदीश रोड़े ने मारता हाय इन्होंने बच्चा मारिया हाय घरे नहीं जाता इत्थे मरना है मेरे मैं मरूंगा हाय हाय मेरा बच्चा मारता सानू अंदर नहीं सद्या कल्ले ने डॉक्टर ने सानू दे के धक्के बाहर करता इन्होंने धक्के दे के बाहर करता कौन सी हॉस्पिटल मोगा इन्होंने साडा कोई रिश्तेदार अंदर नहीं। मैं इनसे पूछना चाहूँगी कि एक 6 साल की बच्ची जिसके आगे इतनी लंबी ज़िंदगी थी और वो रीनल फेलियर या किडनी डैमेज उसका डायग्नोज हो चुका था, तो क्या उसकी फैमिली में कोई भी ऐसा नहीं था जो उसको किडनी डोनेट करता? मैं तो कहते मम्मा मैं भटूरे छोले खाने मैं खवाऊंगी बेटे मैंने भी अंदर जाके ये मारी जाते ने सानू मैं कि किसी ने नहीं जाता नहीं रुकना इन्होंने नाल दी नाल इन्होंने कोई बचाने की कोशिश नहीं की ओए ये डॉक्टर ने बचाने की कोई कोशिश नहीं की ओए ये सानू दराजे जिंदा रहा ये सानू दराजे जिंदा रहा बच्चा साडा ठीक है। तो फैमिली मेंबर्स ने क्या एफर्ट करा बच्चे की जान बचाने के लिए? ऐसे भागने वालों में से होते हम तो ये हॉस्पिटल 80 साल से चल रहा है। हाय मेरा बच्चे नु मारता जी तो सानू धमकियां दिंदे ने तुसी चले जाओ तुहानू पुलिस नु फड़ा दांगे तुसी चले जाओ सानू धमकाउंदे ने निकलो इत्थों इत्थे करन की आए हो साडा बच्चा मारता जी 2 मिनटां च मेरा बच्चा मारता इन्हां ने हाय इन्हां दा कख ना अज ता भगवंत मान सरकार तो ही मंग मंगदे आंदे कैंसिल करना है लाइसेंस कैंसिल करो हुण जो मर्जी होवे जी इन्हां दा लाइसेंस कैंसिल होना चाहिए जिन्हें मेरे बच्चे नु मारिया हैगा मैनू तो उन्हें यही मंग चाहिए मेरे बच्चे नु इन्हां ने मारिया नरेंद्र कुमार ਕਿਹੜਾ ਪਿੰਡ ਹੈ ਕਿਹੜਾ मेरा शहर है फरीदकोट जी बच्चा साडा मेरी पोतरी है ਕੀ ਗੱਲ ਹੋਈ ਸੀ ਐਡਮਿਟ ਕਿਉਂ ਕਰਾਇਆ ਸੀ एडमिट ਅਸੀਂ ਚੰਡੀਗੜ੍ਹ ਪੀਜੀ ਵਾਸਤੇ ਇਹਨੂੰ ਲੈ ਕੇ ਜਾ ਰਹੀ ਸੀ ਜੀ ਵੀ ਬੱਚੇ ਸਾਡਾ ਵੀ ਕੋਈ ਗੱਡੀ 'ਚ ਸਾਡਾ ਐਂਬੂਲੈਂਸ ਚ ਲੈ ਕੇ ਆਏ ਸਹੀ ਆਇਆ ਹੱਸਦਾ ਖੇਡਦਾ ਆਇਆ ਅਸੀਂ ਸੋਚਿਆ ਇਹਦਾ ਕਮੈਂਟ ਵੇਖੇ ਸੀ ਡਾਕਟਰ ਗੋਮਤੀ ਦੇ ਥਾਪਰ ਦੇ ਵੀ ਡਾਕਟਰ ਸਿਆਣਾ ਹੈ ਅਸ਼ੀਸ਼ ਅਰੋੜਾ ਜੀ ਦਾ ਨਾਮ ਇਹ ਜੇ ਅਸ਼ੀਸ਼ ਅਰੋੜਾ ਦੇ ਇੱਥੇ ਦਿਖਾਇਆ ਬੱਚਾ ਥੋੜਾ ਕੀ ਸੀ ਬੇਟੀ ਦੀ ਕਿਡਨੀ 'ਚ ਬਾਥਰੂਮ ਘੱਟ ਹੁੰਦਾ ਸੀ ਜੀ ਸਾਹ ਦੀ ਥੋੜੀ ਪ੍ਰੋਬਲਮ ਸੀਗੀ ਅਸੀਂ ਜਦ ਇੱਥੇ ਲਿਆਂਦਾ ਬੱਚਾ ਸਹੀ ਸਲਾਮਤ ਅਸੀਂ ਲਾਇਆ ਇਹਨਾਂ ਸਾਨੂੰ ਨਾ ਬਾਹਰ ਕੱਢਤਾ ਕਿ ਬਾਹਰ ਚਲੋ ਅਸੀਂ ਕਿਹਾ ਡਾਕਟਰ ਸਾਹਿਬ 6 ਸਾਲ ਦੀ ਜੀ ਅਸੀਂ ਜਦੋਂ ਅਸੀਂ ਕਿਹਾ ਵੀ ਸਾਨੂੰ ਡਾਕਟਰ ਸਾਹਿਬ ਇੱਕ ਬੱਚੇ ਨੂੰ ਤਾਂ ਬੰਦੇ ਨੂੰ ਬਾਹਰ ਕਰੋ ਕਹਿੰਦਾ ਬਾਹਰ ਕਰੋ ਬਾਹਰ ਨਿਕਲ ਜਾਓ ਇਹਨਾਂ ਨੇ ਨੱਕ 'ਚ ਪੈਪਾ ਪਾਤੀਆਂ ਜੀ ਨੱਕ 'ਚ ਪੈਪਾ ਪਾ ਕੇ ਮੂੰਹ 'ਚ ਪੈਪਾ ਪਾਤੀਆਂ ਜੀ ਸਮਝੀ ਪਰਦੇ ਲਾ ਲਏ ਜੀ ਅਸੀਂ ਕਿਹਾ ਡਾਕਟਰ ਸਾਹਿਬ ਕਿਵੇਂ ਹੋ ਗਿਆ ਅਸੀਂ ਕਿਹਾ ਡਾਕਟਰ ਸਾਹਿਬ ਕੀ ਗੱਲ ਹੋ ਗਈ ਇਹ ਸਾਨੂੰ ਦੱਸ ਕੇ ਗਿਆ ਕੋਈ ਭੱਜ ਗਿਆ ਅਸੀਂ ਕਿਹਾ ਡਾਕਟਰ ਸਾਹਿਬ ਸਾਨੂੰ ਦੱਸੋ ਫਿਰ ਸਾਡੇ ਰਿਸ਼ਤੇਦਾਰ ਆਏ ਮੋਗੇ ਤੋਂ ਭਾਬੀ ਜਾਏ ਉਹਨੇ ਡਾਕਟਰ ਨੇ ਲੇਡੀ ਜਾਏ ਉਹਨੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਠੀਕ ਹੈ ਜੀ ਉਹਨਾਂ ਨੇ ਬਦਤਮੀਜ਼ੀ ਕੀਤੀ ਸਮਝੀ ਬਦਤਮੀਜ਼ੀ ਕਰਕੇ ਤੇ ਧੱਕੇ ਜੇ ਉਹਨਾਂ ਨੂੰ ਬਾਹਰ ਕੱਢਿਆ ਕਹਿੰਦੇ ਬਾਹਰ ਚਲੋ ਹੁਣ ਸਾਡਾ ਬੱਚਾ ਜਿਹੜਾ ਹੈਗਾ ਇਹਨਾਂ ਨੇ ਡਾਕਟਰ ਨੇ ਮਾਰਿਆ ਇਹਨਾਂ ਤੋਂ ਅਸੀਂ ਕਾਰਵਾਈ ਕਰਨੀ ਚਾਹੁੰਦੇ ਹੈਗੇ ਇਹ ਡਾਕਟਰ ਲੋਟੂ ਹੈ ਡਾਕਟਰ ਅਸ਼ੀਸ਼ ਅਰੋੜਾ ਡਾਕਟਰ ਲੋਟੂ ਹੈ ਇਹ ਬੱਚਾ ਅੱਜ ਹੀ ਲੈ ਕੇ ਆਇਆ ਸਾਡਾ ਡਰਾਈਵਰ 10 ਮਿੰਟ ਪਹਿਲਾਂ ਲੈ ਕੇ ਆਇਆ ਸੀ 10 ਮਿੰਟਾਂ ਦੇ ਵਿੱਚ ਬੱਚਾ ਮਾਰਦਾ ਸਹੀ ਸਲਾਮਤ ਹਾਲਤ ਕਿਵੇਂ ਸੀ ਬੱਚੇ ਸਹੀ ਸੀ ਬੱਚਾ ਸਾਡਾ ਸਹੀ ਸੀ ਗੱਲਾਂ ਕਰਦਾ ਆਇਆ ਡਰਾਈਵਰ ਸਾਡਾ ਗਵਾਹ ਹੈ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਗਵਾਹ ਹੈਗੇ ਸਮਝੀ ਕੋਈ ਤਕਲੀਫ ਨਹੀਂ ਸੀ ਮਰੀਜ਼ ਨੂੰ
ਸਮਝੇ ਸਾਡਾ ਇਹਨਾਂ ਬੱਚੇ ਨੇ ਉੱਤੇ ਚੜ ਕੇ ਕੋਈ ਅਸੀਂ ਕਿਹਾ ਡਾਕਟਰ ਸਾਹਿਬ ਵੀ ਬੱਚਾ ਥੋੜਾ ਵੇਖੋ ਕਿਵੇਂ ਹੈ। ਦੇਖਦਾ ਪਹਿਲਾਂ ਘੰਟਾ ਤਾਂ ਨਿਕਲਿਆ ਕਿੱਥੇ ਵੜਿਆ ਰਿਹਾ ਬਿਠਾਇਆ ਰਿਹਾ। ਫਿਰ ਇਹ ਜੋ ਆਇਆ ਇਹ 10 ਮਿੰਟਾਂ ਬੱਚਾ ਸਾਡਾ ਹੱਥ ਡੱਡ ਕਰਕੇ ਤੁਹਾਨੂੰ ਹੱਥੇ ਫੜਾਤਾ। ਹੁਣ ਸਾਡੀ ਗੱਲ ਨਹੀਂ ਸੁਣਦਾ ਪਿਆ ਗਾ ਡਾਕਟਰ ਵੀ ਡਾਕਟਰ ਸਾਹਿਬ ਕੀ ਗੱਲ ਹੋਈ, ਸਾਰੇ ਰਿਸ਼ਤੇਦਾਰ ਵੀ ਆਏ ਆ, ਬਦਤਮੀਜ਼ੀ ਕੀਤੀ ਹੈਗੀ ਹੈ, ਅਸੀਂ ਮਾਲਤੀ ਦਾ ਪਰ ਦੇ ਇਹਨਾਂ ਤੇ ਕਾਰਵਾਈ ਕਰਵਾਉਣੀ ਚਾਹੁੰਦੇ ਹਾਂ। ਸਾਨੂੰ ਇਨਸਾਫ ਮਿਲੇ ਵੀ ਜੇ ਡਾਕਟਰ ਲੋਟੂ ਡਾਕਟਰ ਤੇ ਮੈਂ ਭਗਵੰਤ ਮਾਨ ਸਾਹਿਬ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਇਹ ਮੰਗ ਰੱਖਦਾ ਵੀ ਇਹ ਜਿਹੇ ਡਾਕਟਰਾਂ ਤੇ ਨਕੇਲ ਪਾਈ ਜਾਵੇ ਤੇ ਨੱਥ ਪਾ ਕੇ ਇਹਨਾਂ ਲਾਇਸੈਂਸ ਕੈਂਸਲ ਕੀਤਾ ਜਾਵੇ। ਮੈਂ ਡਾਕਟਰ ਸਿਹਤ ਮੰਤਰੀ ਦਾ ਮੈਂ ਰਿਟਨ ਦੇ ਵਿੱਚ ਮੇਰੇ ਕੋਲ ਫੋਟੋ ਹੈਗੀ ਹੈ, ਇਹ ਮੈਂ ਸਾਰੇ ਕੈਮਰੇ ਡਿਲੀਟ ਮਾਰਤੇ ਗਏ। ਜਿਹੜਾ ਬੱਚਾ ਨੇ ਡਿਲੀਟ ਮਰਵਾਇਆ ਸੁਣੋ ਮੇਰੀ ਕੈਮਰੇ ਫਲੈਸ਼ ਮਾਰਤੀਆਂ, ਸਾਡੇ ਬੱਚੇ ਨੂੰ ਦੁਬਾਰਾ ਫਲੈਸ਼ਾਂ ਮਾਰ ਕੇ ਸਫਾਈ ਕਰਾਤੀਆਂ। ਹੁਣ ਡਾਕਟਰ ਹੱਸ ਰਹੇ ਹੈ, ਖੇਡ ਰਹੇ ਹੈ, ਸਮਝੇ ਤਾਲੀਆਂ ਮਾਰ ਰਹੇ ਹੈ, ਸਾਡਾ ਬੱਚਾ ਅੰਦਰ ਮਰਿਆ ਪਿਆ, ਡਾਕਟਰ ਖੁਸ਼ੀਆਂ ਮਨਾ ਰਹੇ ਹੈਗੇ। ਅਸੀਂ ਡਾਕਟਰ ਸਾਹਿਬ ਨੂੰ ਕਹਿੰਦੇ ਆ ਦੇਖੋ ਕਿੰਨੀਆਂ ਖੁਸ਼ੀਆਂ ਮਨਾ ਰਹੇ ਹੈ, ਅਜੇ ਖੁਸ਼ੀਆਂ ਮਨਾ ਰਿਹਾ ਹੈ। ਡਾਕਟਰ ਸਾਹਿਬ ਤੁਸੀਂ ਦੇਖੋ ਖੁਸ਼ੀਆਂ ਮਨਾ ਰਿਹਾ ਹੈ, ਠੀਕ ਹੈ। ਡਾਕਟਰ ਬਦਤਮੀਜ਼ੀ ਕਰ ਰਹੇ ਹੈ। ਅਸੀਂ ਭਗਵੰਤ ਮਾਨ ਨੂੰ ਕਹਿੰਦੇ ਆ ਇਸ ਗੋਮਤੀ ਥਾਪਰ ਦਾ ਲਾਇਸੈਂਸ ਕੈਂਸਲ ਕੀਤਾ ਜਾਵੇ। ਸਰਕਾਰ ਤੋਂ ਮੰਗ ਰੱਖਦੇ ਆ ਜੇ ਭਗਵੰਤ ਮਾਨ ਨੇ ਇਸ ਸਰਕਾਰ ਦੇ ਸਾਨੂੰ ਇਨਸਾਫ ਨਾ ਦਿਆ ਅਸੀਂ ਹਸਪੀਟਲ ਦੇ ਅੱਗੇ ਰੱਖ ਕੇ ਆਤਮ ਹੱਤਿਆ ਕਰੂੰਗਾ। ਮੇਰੀ ਪੋਤਰੀ ਹੈ, ਮੈਂ ਤੁਹਾਨੂੰ ਇੱਥੇ ਕਹਿ ਕੇ ਜਾਣਾ ਅੱਜ ਤੋਂ ਮੈਂ ਇੱਥੇ ਜੇ ਮੈਨੂੰ ਇਨਸਾਫ ਨਾ ਮਿਲਿਆ ਮਾਲਤੀ ਥਾਪਰ ਗੋਮਤੀ ਥਾਪਰ ਦੇ ਅੱਗੇ ਮੈਂ ਮਿੱਟੀਆ ਤੇਲ ਪਾ ਕੇ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਸਰਕਾਰ ਨੂੰ ਜੇ ਇਨਸਾਫ ਨਾ ਦਿੱਤਾ ਸਾਨੂੰ ਤੇ ਅਸੀਂ ਤੇ ਬੱਚਾ ਮਿੱਟੀਆ ਤੇਲ ਪਾ ਕੇ ਮਰੂਗਾ। ਇਹਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਊਗੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰੇਮਲਤਾ। ਕੀ ਗੱਲ ਹੋਈ ਅੱਜ ਇੱਥੇ? ਇਹ ਅੱਜ ਕੋਈ ਗੱਲ ਨਹੀਂ ਸੀ, ਇਹਨੂੰ ਥੋੜੀ ਜਿਹੀ ਪ੍ਰੋਬਲਮ ਇਹਨੂੰ ਸਾਂਝ ਦੀ ਹੋ ਗਈ ਆ। ਕੀ ਲੱਗਦੀ ਤੁਹਾਡੀ ਇਹ ਪੋਤੀ ਲੱਗਦੀ ਆ। ਮੈਂ ਮਾਸੀ ਨੂੰ ਫੋਨ ਕਰਤਾ, ਮੈਂ ਕਿਹਾ ਮਾਸੀ ਜੀ ਉਹ ਡਾਕਟਰ ਕਿਡਨੀ ਦੇ ਆਗੇ ਕਿਵੇਂ ਨੇ? ਕਹਿੰਦੀ ਡਾਕਟਰ ਬਹੁਤ ਵਧੀਆ ਨੇਗੇ। ਵੀ ਸਾਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਉਹਨਾਂ ਦਾ ਪਤਾ, ਇਹਨਾਂ ਦਾ ਨਹੀਂ ਪਤਾ। ਅਸੀਂ ਕਮੈਂਟ ਜੇ ਪੜ੍ਹੇ ਇਹਨਾਂ ਦੇ, ਅਸੀਂ ਇੱਥੇ ਲਾ ਕੇ ਆ ਗਏ। ਗੱਲਾਂ ਕਰਦੀ ਹੁੰਦੀ, ਕੋਈ ਪ੍ਰੋਬਲਮ ਨਹੀਂ ਸੀ। ਉਹਨੂੰ ਪੀਜੀਆਈ ਲੈ ਕੇ ਜਾਣਾ ਸੀ। ਅਸੀਂ ਕਿਹਾ ਥੋੜਾ ਜਿਹਾ ਇਹਨਾਂ ਤੋਂ ਟ੍ਰੀਟਮੈਂਟ ਕਰਾ ਕੇ ਅਸੀਂ ਅੱਗੇ ਲੰਘ ਜਾਂਦੇ ਪੀਜੀਆਈ। ਡਰਾਈਵਰ ਨੂੰ ਵੀ ਪੁੱਛ ਲਓ, ਜਮਾ ਕੁਝ ਨਹੀਂ ਸੀ ਹੋਇਆ। ਅਸੀਂ ਗੱਡੀ ਚੋਂ ਉਤਾਰ ਕੇ ਅੰਦਰ ਲੈ ਕੇ ਗਏ ਆ। ਸਾਨੂੰ ਇਹਨਾਂ ਨੇ 4 ਜਣਾਂ ਨੂੰ ਬਾਹਰ ਕੱਢਤਾ। ਕਹਿੰਦੇ ਤੁਹਾਡਾ ਇੱਥੇ ਕੋਈ ਕੰਮ ਨਹੀਂ, ਨਿਕਲੋ ਬਾਹਰ ਇੱਥੋਂ। ਅਸੀਂ ਇੱਕ ਜਣਾ ਖੜੂ, ਕਹਿੰਦੇ ਨਹੀਂ ਖੜਦਾ। ਅਸੀਂ ਸ਼ੀਸ਼ੇ ਦੇ ਵਿੱਚੋਂ ਦੀ ਵੇਖਣ ਲੱਗੇ। ਇਹਨੂੰ ਪ੍ਰੋਬਲਮ ਕੀ ਸੀਗੀ ਜੀ? ਇਹਨੂੰ ਜੀ ਕਿਡਨੀ ਦੀ ਇਨਫੈਕਸ਼ਨ ਸੀਗੀ, ਇਨਫੈਕਸ਼ਨ ਹੋਈ ਵੀ ਸੀਗੀ ਇਹਨੂੰ। ਡਾਕਟਰਾਂ ਨੇ ਕਹਿਤਾ ਸੀ, ਕਹਿੰਦੇ ਬਿਲਕੁਲ ਠੀਕ ਹੋ ਜੂਗੀ ਜੀ, ਕੋਈ ਪ੍ਰੋਬਲਮ ਨਹੀਂ ਹੈਗੀ। ਬਾਥਰੂਮ ਘੱਟ ਆਉਂਦਾ, ਪੂਰਾ ਆਉਣ ਲੱਗ ਜੂ, ਤੁਸੀਂ ਟੈਨਸ਼ਨ ਨਾ ਲਓ। ਅਸੀਂ ਪੀਜੀਆਈ ਲੈ ਕੇ ਚੱਲੇ ਸੀ। 6 ਸਾਲ ਦੀ ਆ। ਅਸੀਂ ਕਿਹਾ ਚੱਲ ਲੈ ਇੱਥੇ ਦਿਖਾ ਦਿੰਨੇ ਆ। ਜਦੋਂ ਅਸੀਂ ਇੱਥੇ ਦਿਖਾਏ ਚੰਗੀ ਭਲੀ ਨੂੰ ਅੰਦਰ ਲੈ ਕੇ ਗਏ ਆ। ਡਰਾਈਵਰ ਨੂੰ ਪੁੱਛ ਲਓ ਭਵਿੰਦੀ ਗੱਲਾਂ ਕਰਦੀ ਹੁੰਦੀ, ਮੰਮਾ ਮੈਂ ਭਟੂਰੇ ਖਾਣੇ ਨੇ। ਮੈਂ ਕਿਹਾ ਪੁੱਤ ਕੱਲ ਨੂੰ ਖਵਾਉਂਗੀ ਤੈਨੂੰ। ਗੱਲਾਂ ਕਰਦੇ ਅਸੀਂ ਅੰਦਰ ਲੈ ਕੇ ਗਏ। ਸਾਨੂੰ ਇਹਨਾਂ ਨੇ ਬਾਹਰ ਕੱਢਤਾ। ਕਹਿੰਦੇ ਤੁਸੀਂ ਬਾਹਰ ਚਲੋ। ਮੈਂ ਕਿਹਾ ਇੱਕ ਜਣਾ ਤਾਂ ਰਹਿ ਜਾਂਦੋ। ਕਹਿੰਦੇ ਇੱਕ ਨੇ ਵੀ ਨਹੀਂ ਰਹਿਣਾ ਹੈਗਾ ਜੀ, ਤੁਸੀਂ ਬਾਹਰ ਚਲੋ। ਅਸੀਂ ਸ਼ੀਸ਼ੇ ਦੇ ਵਿੱਚੋਂ ਦੀ ਦੇਖਿਆ ਤੇ ਇਹਨਾਂ ਨੇ ਇੱਕ ਪੈਪ ਨੱਕ 'ਚ ਪਾਤੀ, ਇੱਕ ਉਹਦੇ ਮੂੰਹ 'ਚ ਪਾਤੀ। ਇੰਨਾ ਖੂਨ ਕੱਢਿਆ ਕੁੜੀ ਦਾ ਤੇ ਇਹਨਾਂ ਨੇ ਉੱਤੋਂ ਫੜ ਕੇ ਨਾ ਜ਼ੋਰ ਦੀ ਨੱਪਤੀ ਆ। ਉਹ ਇਹਨਾਂ ਨੇ ਨੱਪ ਕੇ ਨਾਲ ਦੀ ਨਾਲ ਬਾਹਰ ਆ ਗਿਆ 2 ਮਿੰਟਾਂ 'ਚ। ਕਹਿੰਦੇ ਜੀ ਕੁੜੀ ਬੱਚਾ ਪੂਰਾ ਹੋ ਗਿਆ ਤੁਹਾਡਾ। ਦੇਖ ਲਓ ਜੀ ਸਾਡਾ ਇਹਨਾਂ ਨੇ ਬੱਚਾ ਪੂਰਾ ਕਰਤਾ। ਮੈਂ ਮਾਸੀ ਦੇ ਬੇਟੇ ਨੂੰ ਕਿਹਾ ਸਾਨੂੰ ਜਾਣ ਨਹੀਂ ਦਿੰਦੇ, ਤੂੰ ਚੱਲ ਜਾ। ਕਹਿੰਦਾ ਜੀ ਮੈਨੂੰ ਵੀ ਨਹੀਂ ਜਾਣ ਦਿੰਦੇ, ਮੈਂ ਕੀ ਕਰਾਂ। ਡਾਕਟਰ ਭੱਜ ਗਿਆ ਉਹਦਾ ਹੀ ਮਿੰਟਾਂ 'ਚ। ਉਹਨੇ ਬੱਚੇ ਨੂੰ ਮਾਰ ਕੇ ਨਾਲ ਦੀ ਨਾਲ ਹੀ ਚਲਾ ਗਿਆ ਜੀ। 2 ਮਿੰਟ ਤਾਂ ਲੱਗੇ ਨਹੀਂ, 2 ਮਿੰਟਾਂ 'ਚ ਇਹਨਾਂ ਨੇ ਕੁੜੀ ਮਾਰਤੀ। ਦੇਖੋ ਜੀ 2 ਮਿੰਟਾਂ 'ਚ ਕੁੜੀ ਨੂੰ ਮਾਰ ਕੇ ਭੱਜ ਗਿਆ ਜੀ। 2 ਮਿੰਟਾਂ 'ਚ ਹੀ ਭੱਜ ਗਿਆ ਜੀ। ਉਹ ਆਪ ਰੁਕਿਆ ਨਹੀਂ। ਜਦੋਂ ਅਸੀਂ ਕਿਹਾ ਅਸੀਂ ਤਾਂ ਮੰਗ ਗਏ ਅਸੀਂ ਤਾਂ ਜੀ ਹੁਣ ਇਹੀ ਕਹਿੰਦੇ ਕਿ ਸਾਨੂੰ ਤਾਂ ਪੂਰੇ ਪ੍ਰਸ਼ਾਸਨ ਤੋਂ ਅਸੀਂ ਮੰਗਿਆ ਵੀ ਹੁਣ ਇਹਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ, ਨਾ ਹਸਪਤਾਲ ਬੰਦ ਹੋਣਾ ਚਾਹੀਦਾ। ਭਗਵੰਤ ਮਾਨ ਨੂੰ ਕੋਲ ਤੱਕ ਪਹੁੰਚੇ ਸਾਡੀ ਖਬਰ। ਸਾਡਾ ਇਹਨਾਂ ਨੇ ਬੱਚਾ ਮਾਰਿਆ ਨਾ, ਹੁਣ ਇਹਨਾਂ ਨੂੰ ਇਹਨਾਂ ਤੇ ਵੀ ਇੰਨੀ ਕਾਰਵਾਈ ਹੋਣੀ ਚਾਹੀਦੀ ਹੋਈ ਇਹਨਾਂ ਦੀ। ਅਸੀਂ ਤਾਂ ਆਪਣੇ ਤਾਂ ਇੱਥੇ ਸਾਡਾ ਵੀ ਕੋਈ ਨਾ ਕੋਈ, ਮੈਂ ਹੀ ਮਰੂੰਗੀ ਹੋਰ ਕੀ, ਕੌਣ ਮਰੂਗਾ? ਜਿਹਨੇ ਮੇਰਾ ਬੱਚਾ ਮਾਰਿਆ ਨਾ, ਮੈਂ ਤਾਂ ਆਪ ਇਹੀ ਕਰੂੰਗੀ। ਇਹਨਾਂ ਨੇ ਮੇਰਾ ਬੱਚਾ ਮਾਰਤਾ ਜੀ, ਚੰਗਾ ਭਲਾ। ਭਾਜੀ ਕੀ ਨਾਮ ਹੈ ਤੁਹਾਡਾ? ਮਨਪ੍ਰੀਤ। ਕੀ ਕੰਮ ਕਰਦੇ ਹੋ? ਐਂਬੂਲੈਂਸ ਚਲਾਉਣਾ। ਐਂਬੂਲੈਂਸ? ਹਾਂਜੀ। ਅੱਜ ਪੇਸ਼ੈਂਟ ਲੈ ਕੇ ਆਏ ਸੀ, ਕਿੱਥੋਂ ਲੈ ਕੇ ਆਏ ਸੀਗੇ, ਕਿੱਥੇ ਲੈ ਕੇ ਜਾ ਰਹੇ ਸੀ? ਫਰੀਦਕੋਟ ਪੀਜੀ ਜਾ ਰਹੇ ਸੀ। ਫਰੀਦਕੋਟ ਪੀਜੀ ਜਾ ਰਹੇ ਸੀ। ਇੱਥੇ ਬੱਚਾ ਸਿਰ ਬੱਚਾ ਹੋ ਗਿਆ, ਬੱਚਾ ਸਿਰ ਵਾਲਾ ਹੋਇਆ ਬੱਚਾ। ਫਿਰ ਇੱਧਰ ਮੁੱਗੇ ਲੈ ਸੀ, ਇੱਥੇ ਮੁੱਗੇ ਸੇ ਲੈ ਕੇ ਆਂਦਾ ਬੱਚਾ ਠੀਕ ਠਾਕ ਸੀ। ਕਿਤੇ ਹੁਣ ਸਰ ਬਸ ਇੰਨਾ ਕੰਮ ਨਹੀਂ ਜਮਾ ਠੀਕ ਸੀ ਤੋਂ ਗੱਲਬਾਤ ਕਰ ਰਹੇ? ਹਾਂ ਬੋਲਦਾ ਸੀ, ਹਾਂਜੀ ਵਧੀਆ ਸਾਲ ਹੁੰਦਾ ਸੀ, ਠੀਕ ਸੀ ਬੱਚਾ ਜੀ। ਤੇ ਹਸਪੀਟਲ ਵਿੱਚ ਦਾਖਲ ਕਰਾਇਆ, ਉਸ ਤੋਂ ਬਾਅਦ ਉਦੋਂ ਹੁਣ ਦੋ ਬਾਅਦ ਡਾਕਟਰ ने कोशिश की थी पर ये एक 6 साल की बच्ची है जो कहीं उसका फरीदकोट में ट्रीटमेंट चल रहा था और पीजीआई में भी शायद ट्रीटमेंट चल रहा था। ये फरीदकोट मेडिकल कॉलेज से उनको वहाँ से जवाब मिल गया था और ये लोग बच्चे को पीजीआई लेकर जा रहे थे। रास्ते में बच्चे की हालत शायद ज़्यादा ख़राब लगी होगी इनको, तो ये रास्ते में हमारे हॉस्पिटल में रुके और जब हमने पेशेंट को, बच्ची को अंदर लिया इमरजेंसी में, उसकी पल्स बीपी कुछ भी नहीं था
मॉनिटर पे भी कुछ नहीं आ रहा था, और फिर भी हमने 2-4-5 मिनट उसके हार्ट की पंपिंग की, एक इंजेक्शन लगाया कि उसका हार्ट रिकवर हो जाए, पर विद इन 5-7 मिनट्स पे बच्चा एक्सपायर्ड ही था ऑलमोस्ट, और हम रिकवर भी नहीं कर पाए। तो हमने CPR छोड़ दिया और रिलेटिव्स को इन्फॉर्म कर दिया, और इन्फॉर्म करते ही 5 मिनट बाद उसके कुछ रिश्तेदार उन्होंने इमरजेंसी में आके बहुत हल्ला करना शुरू कर दिया, बहुत चीखना चिल्लाना शुरू कर दिया, जिससे कि हॉस्पिटल में बैठे और पेशेंट्स को भी बहुत डिस्टर्बेंस हुई। एक पेशेंट ब्लड ट्रांसफ्यूजन के लिए था, वो घबरा के बेचारा उठ गया, और हम लोगों ने कुछ रिएक्ट नहीं किया, उनको बिहेव करने दिया, जैसे भी जितनी भी देर वो चिल्लाते रहे। बच्चे को क्या और बच्चे को जो वो हमें तो हिस्ट्री से ही पता है कि प्रॉबेबली वो एक रीनल फेलियर की पेशेंट है, और 6 साल की बच्ची है, उसकी किडनीज काम नहीं कर रही और वो बहुत टाइम से डायलिसिस पे है, और फरीदकोट में शायद उसके डायलिसिस हो रहे थे, और कुछ PGI भी ऑफ एंड ऑन ट्रीटमेंट चल रहा था, और अभी भी ये लोग फरीदकोट से इनको क्योंकि जवाब मिल गया था PGI जा रहे थे। तो ऐसे हॉस्पिटल में कोई पेशेंट को लाया जाएगा तो हमारा तो फ़र्ज़ बनता ही है ना कि हम उसको अंदर लेके देखें, पर जब हम रिकवर नहीं कर सके और वो ऑलरेडी ऑलमोस्ट डेड थी, तो हम बता ही सकते हैं रिलेटिव्स को। हम किसी के अंदर जान और किसी के सारे ऑर्गन्स में को नॉर्मल तो नहीं कर सकते ना। तो बाकी इनके जहाँ तक इल्ज़ाम लगाने की सवाल है, तो मैं इनसे पूछना चाहूँगी कि एक 6 साल की बच्ची जिसके आगे इतनी लंबी ज़िंदगी थी, और वो रीनल फेलियर या किडनी डैमेज उसका डायग्नोज हो चुका था, तो क्या उसकी फैमिली में कोई भी ऐसा नहीं था जो उसको किडनी डोनेट करता? हमारे लुधियाना में 4 हॉस्पिटल हैं जहाँ पे किडनी ट्रांसप्लांट होता है, कहीं दूर जाने की भी ज़रूरत नहीं है। तो फैमिली मेम्बर्स ने क्या एफर्ट करा बच्चे की जान बचाने के लिए? इसका वो आई एम श्योर उनको एडवाइस किया गया होगा कि बच्चे का रीनल ट्रांसप्लांट ज़रूरी है। तो जस्ट बिकॉज जहाँ पे अगर किसी हॉस्पिटल में किसी ने अपने प्राण त्यागे हैं या हॉस्पिटल में डेड बॉडी है, तो वो हॉस्पिटल या डॉक्टर का ही रोल है। तो आई थिंक ये लोग सदमे में हैं, छोटा सा बच्चा था इसलिए इन्होंने शायद ऐसा रिएक्ट किया। हम समझते हैं कि कई बार एक ले पर्सन को उतनी उम्मीद नहीं होती कि डायलिसिस पे है, जैसे इतने लोग चल रहे हैं, हमारा भी बच्चा चल रहा है, शायद उन्होंने एक्सपेक्ट नहीं किया था कि बेबी की डेथ हो सकती है। और वो शायद जब उनको बताया गया कि बच्चे की डेथ हो गई है, तो वो शायद सदमे में ऐसा उन्होंने रिएक्ट किया। एज अ ह्यूमन बीइंग मैं यही सोच सकती हूँ। उनका कहना है कि डॉक्टर साहब करने के बाद ट्रीटमेंट करने के बाद वहीं से एकदम में भाग गए वहाँ से। भाग क्या गए? भागना कहाँ है, वो हॉस्पिटल में ही है। आप हमारा रिकॉर्ड चेक कर सकते हो, वो कहाँ भाग गए हैं। वो पेशेंट देख रहे हैं, अभी भी वो OT में है, ठीक है ना। हमारे पास तो सब कुछ अंडर कैमरा है, आप सब देख सकते हो। ऐसे भागने वालों में से होते हम, तो ये हॉस्पिटल 80 साल से चल रहा है। ਜਦੋਂ ਕਿਸੇ ਕੋਲੋਂ ਵੀ ਨਾ ਹੋਵੇ ਪਰੇਸ਼ਾਨੀ ਦਾ ਹੱਲ, ਮੇਰੇ ਕੋਲੋਂ ਪਾਓ 3 ਘੰਟੇ 'ਚ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਲਵ ਮੈਰਿਜ, ਵਸ਼ੀਕਰਨ, ਬ੍ਰੇਕਅਪ ਸੋਲੂਸ਼ਨ, ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਆਪਣੇ ਵੱਸ ਵਿੱਚ ਕਰੋ। ਪਰੇਸ਼ਾਨੀ ਜਿਵੇਂ ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਿਆਰ 'ਚ ਧੋਖਾ, ਖੋਇਆ ਪਿਆਰ ਵਾਪਸ ਪਾਉਣਾ, ਕਰਜ਼ਾ ਮੁਕਤੀ, ਤਲਾਕ ਕੇਸ, ਵਿਦੇਸ਼ ਯਾਤਰਾ ਜਾਂ PR, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ। ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। गुरु जी बंगाली 98 157 20 027।